बहुत ही प्यारे बच्चों, ਅੱਜ ਆਪਾਂ ਇਲੈਕਟਿਵ ਪੰਜਾਬੀ ਦੀ ਪਾਠ ਪੁਸਤਕ ਆਧੁਨਿਕ ਪੰਜਾਬੀ ਕਾਵਿ ਝਲਕਾਂ ਦੇ ਇਤਿਹਾਸ ਵਿੱਚ ਦਰਜ ਅਮਰਤਾ ਪ੍ਰੀਤਮ ਜੀ ਦੀ ਕਵਿਤਾ 12 ਮਾਹ ਪੜ੍ਹਾਂਗੇ ਬੱਚਿਓ। ਪਰ ਉਸ ਤੋਂ ਪਹਿਲਾਂ ਮੈਂ ਅਮਰਤਾ ਪ੍ਰੀਤਮ ਜੀ ਦੀ ਜ਼ਿੰਦਗੀ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੀ ਬੱਚਿਓ ਕਿ ਅਮਰਤਾ ਪ੍ਰੀਤਮ ਜੀ ਦਾ ਜਨਮ 31 ਅਗਸਤ 1919 ਨੂੰ ਸਰਦਾਰ ਕਰਤਾਰ ਸਿੰਘ ਹਿਤਕਾਰੀ ਦੇ ਘਰ ਗੁਜਰਾਂਵਾਲਾ ਵਿਖੇ ਹੋਇਆ। ਆਪ ਨੇ ਵਿਦਿਅਕ ਖੇਤਰ ਵਿੱਚ 10ਵੀਂ ਅਤੇ ਗਿਆਨੀ ਦੀ ਪੜ੍ਹਾਈ ਕਰਨ ਉਪਰੰਤ ਸਾਹਿਤਕਾਰੀ ਅਤੇ ਸੰਪਾਦਨਾ ਦੇ ਨਾਲ ਨਾਲ ਆਲ ਇੰਡੀਆ ਰੇਡੀਓ ਵਿੱਚ ਕਈ ਸਾਲ ਅਨਾਊਂਸਰ ਦੀ ਨੌਕਰੀ ਵੀ ਕੀਤੀ। 31 ਅਕਤੂਬਰ 2005 ਨੂੰ ਪੰਜਾਬੀ ਦੇ ਇਸ ਮਸ਼ਹੂਰ ਸਾਹਿਤਕਾਰਾਂ ਦਾ ਦੇਹਾਂਤ ਹੋ ਗਿਆ। ਅਮਰਤਾ ਪ੍ਰੀਤਮ ਨੇ ਕਹਾਣੀਆਂ, ਨਾਵਲ, ਸਵੈ ਜੀਵਨੀ, ਸਫ਼ਰਨਾਮਾ ਅਤੇ ਵਾਰਤਕ ਰਚਨਾ ਕੀਤੀ, ਪਰ ਉਹਨਾਂ ਦੀ ਪ੍ਰਸਿੱਧੀ ਇੱਕ ਕਵਿੱਤਰੀ ਵਜੋਂ ਜ਼ਿਆਦਾ ਹੋਈ। ਉਹਨਾਂ ਦੇ ਮੁੱਖ ਕਾਵਿ ਸੰਗ੍ਰਹਿ ਉਹ ਗੀਤਾਂ ਵਾਲਿਆ, ਬੱਦਲਾਂ ਦੇ ਪੱਲੇ ਵਿੱਚ, ਸੰਝ ਦੀ ਲਾਲੀ, ਲੋਕ ਕੀ ਪੀੜਾਂ, ਪੱਥਰ ਗੀਟੇ, ਲੰਮੀਆਂ ਵਾਟਾਂ, ਮੈਂ ਤਵਾਰਿਖ ਹਾਂ ਹਿੰਦ ਦੀ, ਸਰਗੀ ਵੇਲਾ, ਸੁਨੇਹੜਾ, ਅਸ਼ੋਕਾ ਚੇਤੀ, ਕਸਤੂਰੀ, ਨਾਗਮਣੀ, ਕਾਗਜ਼ ਤੇ ਕੈਨਵਸ ਪਿੱਛੋਂ ਆਦਿ। ਆਪ ਨੂੰ ਕਾਵਿ ਸੰਗ੍ਰਹਿ ਸੁਨੇਹੜੇ ਲਈ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ, ਕਾਗਜ਼ ਤੇ ਕੈਨਵਸ ਲਈ ਗਿਆਨਪੀਠ ਪੁਰਸਕਾਰ, ਪੰਜਾਬੀ ਅਕਾਦਮੀ ਦਿੱਲੀ ਵੱਲੋਂ ਆਪ ਨੂੰ ਸ਼ਤਾਬਦੀ ਪੰਜਾਬੀ ਕਵੀ ਅਤੇ ਭਾਰਤ ਸਰਕਾਰ ਵੱਲੋਂ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਹੱਥਲੀ ਪਾਠ ਪੁਸਤਕ ਵਿੱਚ ਉਹਨਾਂ ਦੀ ਕਵਿਤਾ 12 ਮਾਹ ਲਈ ਗਈ ਹੈ। ਇਸ ਕਵਿਤਾ ਵਿੱਚ ਉਹ ਦੇਸੀ 12 ਮਹੀਨਿਆਂ ਦਾ ਜ਼ਿਕਰ ਕਰਦੇ ਹੋਏ ਜੀਵਨ ਦੇ ਯਥਾਰਥ ਨੂੰ ਪ੍ਰਗਟ ਕਰਦੇ ਹਨ। ਕਵਿੱਤਰੀ ਇਸ ਕਵਿਤਾ ਰਾਹੀਂ ਨਵੀਂ ਚੇਤਨਾ ਨੂੰ ਅਜੋਕੇ ਯੁੱਗ ਵਿੱਚ ਉਭਾਰਦੀ ਹੈ। ਸਭ ਤੋਂ ਪਹਿਲਾਂ ਆਪਾਂ ਪ੍ਰਸੰਗ ਕਰਦੇ ਹਾਂ ਬੱਚੋ ਇਸ ਸੋਹਣੀ ਜਿਹੀ ਕਵਿਤਾ ਦਾ ਕਿ ਇਹ ਕਾਵਿ ਟੋਟਾ ਆਧੁਨਿਕ ਪੰਜਾਬੀ ਕਾਵਿ ਝਲਕਾਂ ਦੇ ਇਤਿਹਾਸ ਪੁਸਤਕ ਵਿੱਚ ਦਰਜ ਅਮਰਤਾ ਪ੍ਰੀਤਮ ਜੀ ਦੀ ਕਵਿਤਾ 12 ਮਾਹ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵਿੱਤਰੀ ਨੇ ਜਗਤ ਵਿੱਚ ਆ ਚੁੱਕੀ ਮਜ਼ਦੂਰ ਕਿਸਾਨ ਜਮਾਤ ਤੇ ਢਹਿ ਢੇਰੀ ਹੋ ਰਹੇ ਜਗੀਰਦਾਰੀ ਸਰਮਾਏਦਾਰੀ ਪ੍ਰਬੰਧ ਦਾ ਜ਼ਿਕਰ ਕੀਤਾ ਹੈ। ਇਹਨਾਂ ਸਤਰਾਂ ਵਿੱਚ ਉਹ ਕਿਸਾਨਾਂ ਦੀ ਜਾਗ੍ਰਿਤੀ ਤੇ ਢਹਿ ਢੇਰੀ ਹੋ ਰਹੇ ਸਾਮਰਾਜ ਦਾ ਜ਼ਿਕਰ ਕਰਦੀ ਹੈ। ਠੀਕ ਹੈ ਨਾ। ਆਪਾਂ ਦੇਖਦੇ ਹਾਂ ਬੱਚੋ ਕੀ ਜ਼ਿਕਰ ਕਰਦੇ ਨੇ ਉਹ। ਕਿੱਕਰਾਂ ਵੇ ਕੰਡਿਆਲਿਆ, ਉੱਤੋਂ ਚੜ੍ਹਿਆ ਚੇਤ, ਜਾਗ ਪਈਆਂ ਅੱਜ ਪੈਲੀਆਂ, ਜਾਗ ਪਏ ਅੱਜ ਖੇਤ। ਚੇਤ ਦਾ ਮਹੀਨਾ ਸ਼ੁਰੂ ਹੁੰਦਾ ਨਾ ਆਪਣਾ, ਜਿਹੜੇ ਦੇਸੀ ਮਹੀਨੇ ਨੇ ਬੱਚੋ, ਆਪਣਾ ਨਵਾਂ ਸਾਲ ਚੇਤ ਦੇ ਮਹੀਨੇ ਤੋਂ ਸ਼ੁਰੂ ਹੁੰਦਾ, ਜਿਵੇਂ ਜਨਵਰੀ ਹੁੰਦਾ। ਚੇਤ ਦਾ ਮਹੀਨਾ ਆ ਗਿਆ ਹੈ। ਅੱਜ ਖੇਤਾਂ ਅਤੇ ਪੈਲੀਆਂ ਵਿੱਚ ਜਾਗ੍ਰਿਤੀ ਆ ਗਈ ਹੈ, ਅਰਥਾਤ ਖੇਤਾਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਅਤੇ ਕਿਸਾਨ ਆਪਣੇ ਹੱਕਾਂ ਪ੍ਰਤੀ ਜਾਗਰਿਕ ਹੋ ਗਏ ਹਨ। ਮਤਲਬ ਜਾਗ੍ਰਿਤੀ ਉਹਨਾਂ ਦੇ ਵਿੱਚ ਆ ਗਈ ਹੈ, ਆਪਣੇ ਹੱਕਾਂ ਲਈ ਉਹ ਜਾਗ੍ਰਿਤ ਹੋ ਗਏ ਹਨ। ਬੱਚੋ 12 ਮਾਹ ਦਾ ਮਤਲਬ ਕੀ ਹੁੰਦਾ ਹੈ? 12 ਮਹੀਨੇ। ਆਪਣੇ ਜੋ ਮਹੀਨਿਆਂ ਦੀ ਸ਼ੁਰੂਆਤ ਹੁੰਦੀ ਹੈ, ਜਿਸ ਤਰ੍ਹਾਂ ਅੰਗਰੇਜ਼ੀ ਮਹੀਨੇ ਜਨਵਰੀ ਤੋਂ ਸ਼ੁਰੂ ਹੁੰਦੇ ਨੇ ਨਾ, ਆਪਣੇ ਚੇਤ ਤੋਂ ਸ਼ੁਰੂ ਹੁੰਦੇ ਨੇ। ਆਪਣਾ ਨਵਾਂ ਸੰਮਤ ਚੇਤ ਨੂੰ ਹੁੰਦਾ ਹੈ। ਠੀਕ ਹੈ। ਉਹ ਇਹਨੂੰ ਕਹਿੰਦੇ ਨੇ, ਜੋ ਉਹਨਾਂ ਨੇ ਵਿਆਖਿਆ ਕੀਤੀ ਹੈ ਵੀ ਚੇਤ ਚੜ੍ਹ ਗਿਆ, ਫਿਰ ਅਗਲੇ ਮਹੀਨੇ ਦੀ ਗੱਲ ਹੋਊ, 12 ਮਹੀਨਿਆਂ ਦੀ ਉਸ ਤਰ੍ਹਾਂ ਹੀ ਗੱਲ ਕਰਨਗੇ। ਕਿੱਕਰਾਂ ਵੇ ਕੰਡਿਆਲਿਆ, ਚੜ੍ਹਿਆ ਅੱਜ ਵਿਸਾਖ, ਸਾਮਰਾਜ ਦੇ ਮੂੰਹ 'ਤੇ ਉੱਡ ਉੱਡ ਪੈਂਦੀ ਰਾਖ। ਫਿਰ ਕਹਿੰਦੇ ਨੇ ਵਿਸਾਖ ਦਾ ਮਹੀਨਾ ਚੜ੍ਹ ਗਿਆ ਵੀ ਜਿਹੜਾ ਸਾਮਰਾਜ ਕੌਣ ਹੁੰਦੇ ਨੇ ਬੱਚੋ? ਵੀ ਇੱਕ ਤਾਂ ਕਿਰਤੀ ਕੰਮ ਕਰੀ ਜਾਂਦੇ ਨੇ, ਪਰ ਜਦੋਂ ਪੈਸੇ ਜਿਹੜੇ ਪੂੰਜੀਵਾਦੀ ਹੁੰਦੇ ਨੇ, ਮਤਲਬ ਇੱਕ ਬੰਦਿਆਂ ਦੇ ਹੱਥ ਦੇ ਵਿੱਚ ਇਕੱਠੇ ਹੋਈ ਜਾਂਦੇ ਨੇ, ਉਹ ਕੰਮ ਵੀ ਨਹੀਂ ਕਰਦੇ। ਅਤੇ ਵਿਸਾਖ ਚੜ੍ਹ ਗਿਆ ਏ, ਪਰ ਸਵਾਹ ਉੱਡ ਉੱਡ ਕੇ ਪੈ ਰਹੀ ਹੈ, ਸਾਮਰਾਜ ਦਾ ਖਾਤਮਾ ਹੋਣਾ। ਕਿੱਕਰਾਂ ਵੇ ਕੰਡਿਆਲਿਆ, ਉੱਤੋਂ ਚੜ੍ਹਿਆ ਜੇਠ, ਉਸਲ ਵੱਟੇ ਭੰਨਦੀ ਧਰਤੀ ਤੇਰੇ ਹੇਠ। ਅਤੇ ਜੇਠ ਦਾ ਮਹੀਨਾ ਚੜ੍ਹ ਗਿਆ ਏ, ਤੇਰੇ ਹੇਠ ਅੱਜ ਧਰਤੀ ਉਸਲ ਵੱਟੇ ਭੰਨ ਰਹੀ ਹੈ, ਭਾਵ ਕ੍ਰਾਂਤੀ ਤਿਆਰ ਹੋ ਰਹੀ ਹੈ। ਜਿਹੜੇ ਮਜ਼ਦੂਰਾਂ ਦਾ ਘਾਣ ਹੋ ਰਿਹਾ, ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਉਹਦੀ ਕੀਮਤ ਨਹੀਂ ਮਿਲਦੀ, ਉਹਦੇ ਲਈ ਇਹ ਸਾਰਾ ਕੁਛ ਹੋ ਰਿਹਾ, ਤਿਆਰੀ ਸ਼ੁਰੂ ਹੋ ਚੁੱਕੀ ਹੈ। ਕਿੱਕਰਾਂ ਵੇ ਕੰਡਿਆਲਿਆ, ਉੱਤੋਂ ਚੜ੍ਹਿਆ ਹਾੜ, ਕਿੰਨਾ ਕੁ ਚਿਰ ਹੰਢਦੀ ਕੱਖ ਕਾਣ ਦੀ ਆੜ। ਵੀ ਹਾੜ ਦਾ ਮਹੀਨਾ ਚੜ੍ਹ ਗਿਆ ਏ, ਆਖਰ ਕੱਖ ਕਾਣ ਦੀ ਝੁੱਗੀ ਦੇ ਆਸਰੇ ਕਿੰਨਾ ਕੁ ਚਿਰ ਕੱਟਿਆ ਜਾ ਸਕਦਾ ਹੈ। ਵੀ ਮਜ਼ਦੂਰ ਜਿਹੜੇ ਇੰਨੇ ਖੇਤਾਂ ਦੇ ਵਿੱਚ ਕੰਮ ਕਰਦੇ ਨੇ, ਫੈਕਟਰੀਆਂ 'ਚ ਕੰਮ ਕਰਦੇ ਨੇ, ਉਹਨਾਂ ਨੂੰ ਝੁੱਗੀਆਂ ਦੇ ਵਿੱਚ ਰਹਿਣਾ ਪੈ ਰਿਹਾ।
इन्हां विच रहिंदे किरतियां ने आखिर अपने हक्कां लई घोल करना शुरू कर देना है। किकरा वे कंडियालिया अगों चढ़िया सौण, दावा नल है समय दी, रोक सके अज कौन। ठीक है भी सावन का महीना चढ़ गया है, समय ने अज जो दावा नल दी अग ला के पुरातनता नूं फूकना है वो शुरू हो चुका है। दावा नल मतलब जंगल की अग भी जो एक बार वो अग लग जाती है बच्चों, वो लगातार अपने आप चलती है कि जंगलों के विच हनेरी चलण नाल बांसां दी रगड़ तो पैदा अग हुंदी है। इस तरह ये अग शुरू हो चुकी है। किकरा वे कंडियालिया भादो है इस वेर, वेलण विच नपीड़ियां छिल्लां उगियां फेर। ठीक है, भादो का महीना शुरू हो चुका है भी वेलण विच नपीड़ हो के छिल्लां बड़ियां चीज़ां मुड़ उग पईयां हन, भाव नपीड़े गए दब्बे कुचले किरती किसान जाग पए हन। किकरा वे कंडियालिया अस्सू चढ़िया अज, अज ना लारे लगदे, अज ना पैंदे पज। भी ना लारे लगते ने ना ही कोई पज पा के समय नूं बदलण तो रोकिया जा सकदा है। पज का मतलब की हुंदा बच्चों बहाने दे नाल। ठीक है, किकरा वे कंडियालिया कत्तक बदले तोर, नवें युगां दे बुੱਤ विच नवें लहू दा दौर। भी कत्तक का महीना चढ़दियां ही तौर तरीके बदल गए हैं, नवें युग के बुੱਤ विच नवें दौर का लहू चढ़ के दौड़ रहा है, अर्थात इनकलाबी विचारां ने पुरातनता नूं बदल दिता है। फिर उस तो बाद आ गया किकरा वे कंडियालिया मगर चढ़िया आण, कोई एक पतरी लोहे दी, जिकण चढ़दी साण। तो इस तरह फिर अगले किहड़ा महीना चढ़ गया, मगर का महीना चढ़ गया है। ठीक है, मगर के महीने दे विच वो कहंदे ने भी ये जिहड़ी क्रांति आ वो रुकण वाली नहीं, सगों अगे अगे वधूगी। जिवें कोई लोहे की पतरी तीखी करन लई साण उत्ते चढ़ाई जाती है, अर्थात इस विच अपने हक खोण लई तैयार हो रहे किरती अपने हथियार तिखे कर रहे हैं। किकरा वे कंडियालिया उत्तों चढ़िया पो, हक जिन्हां दे अपने आपे लैणगे खो। भी जिन्हां दे हक ने, जो मजदूरी करते हैं उन्होंने ही पैसे मिलने चाहिए ने, भी वो आपे हक खो लैणगे। किकरा वे कंडियालिया उत्तों चढ़िया माग, करन सवारी समय दी, फड़न समय दी वाग। भी वो समय की सवारी करनगे। अज लोग समय की वाग फड़ के उस ते सवारी कर रहे हैं, अर्थात अज के जमाने विच ਉਹ कुछ हो रहा है जो लोग चाहुंदे हन। किकरा वे कंडियालिया फग्गण चढ़िया आण, लोकां दे इस युग विच लोक चढ़न परवान। भी फग्गण का महीना आ गया, अखीरला महीना हुंदा बच्चों फग्गण का अपने देसी महीनों दे विच, कि लोकां दे इस युग विच लोक ही पूरे उतर रहे हैं। इस तरह भी असल दे विच कहा गया बच्चों भी जिहड़े सरमाईदार ने गरीबां दा खून चूस रहे ने, सारा पैसा उन्हां नूं जांदा। पर ये विचारधारा चली सी, जरूरत भी सी भी सारे मजदूर एक बार इकट्ठे होके इन्हां सरमाईदारां दा खात्मा करनगे, भी जो काम करते हैं असली कीमत उही लै जाणगे। ये नहीं हैगा भी काम कोई करी जावे ते कीमत किसी होर कोल जाई जावे। ठीक है बच्चों, हुण आपां ते केंद्री भाव करते हैं। 12वां कविता अमृता प्रीतम जी की रची हुई है। इस कविता विच कवित्री ने साम्राज ते सरमाएदारी की लुੱਟ विरुद्ध मजदूरों के उठे हुए इनकलाबी भावां नूं बयान किया है। कवित्री आखदी है कि अज खेतां ते पैलीआं विच जागृति आ गई है। अज साम्राज का खात्मा हो रहा है ते धरती उसल वड्डे भन रही है। आखिर मजदूरों ने कख कान दियां झुग्गियां दे आसरे किन्ना कुछ चिर कट्टना है। समय ने जो दावा नल दी अग ला के पुरातनता नूं फूकना शुरू कर दिता है, उसनूं कोई नहीं रोक सकता। अज दब्बे कुचले किसान जाग पए हन, अज ना लारे ला के ते ना ही पज पा के समय नूं बदलण तो रोकिया जा सकता है। अज जिन्हां दे हक हन उन्हां ने आपे ही खो लैणे हन। अज लोकां दा युग है, वो समय दी वाग फड़ के उस उत्ते सवारी कर रहे हैं। लोकां दे इस युग विच लोक आप ही पूरे उतर रहे हैं। तो हुण आपां प्रश्न उत्तर कर रहे हैं बच्चों। 12वां कविता किन्हां दी रचना है? अमृता प्रीतम जी की। किन्ने महीनों का जिक्र आया? 12 का। 12 माह तो भाव की है 12 देसी महीनों के आधार पर लिखी कविता।
ਕਿਸੇ 4 ਦੇਸੀ ਮਹੀਨਿਆਂ ਦੇ ਨਾਂ ਦੱਸੋ। ਕੋਈ ਵੀ ਦੱਸ ਸਕਦੇ ਹੋ, ਜਿਵੇਂ ਚੇਤ, ਵਿਸਾਖ, ਜੇਠ, ਹਾੜ। 12ਵਾਂ ਕਵਿਤਾ ਕਿਸ ਨੂੰ ਸੰਬੋਧਿਤ ਹੈ? ਕੰਡਿਆਲੇ ਕਿੱਕਰ ਨੂੰ। 12ਵਾਂ ਕਵਿਤਾ ਵਿਚਲੇ ਭਾਵ ਕਿਹੋ ਜਿਹੇ ਹਨ? ਪ੍ਰਗਤੀਵਾਦੀ। 12ਵਾਂ ਕਵਿਤਾ ਵਿੱਚ ਚੇਤ ਚੜ੍ਹਨ 'ਤੇ ਕੀ ਵਾਪਰਦਾ ਹੈ? ਕਿਸਾਨਾਂ ਵਿੱਚ ਜਾਗਰਤੀ। 12ਵਾਂ ਕਵਿਤਾ ਵਿੱਚ ਵਿਸਾਖ ਚੜ੍ਹਨ 'ਤੇ ਕੀ ਹੁੰਦਾ ਹੈ? ਸਾਮਰਾਜ ਦੀ ਦੁਰਗਤ ਖਾਤਮਾ। 12ਵਾਂ ਕਵਿਤਾ ਵਿੱਚ ਵੇਲਣ ਵਿੱਚ ਨਿਪੀੜੀਆਂ ਛੀਲਾਂ ਕਿਹਨਾਂ ਨੂੰ ਕਿਹਾ ਗਿਆ ਹੈ? ਮਜ਼ਦੂਰਾਂ, ਕਿਸਾਨਾਂ ਨੂੰ। 12ਵਾਂ ਕਵਿਤਾ ਵਿੱਚ ਕਿਹਨਾਂ ਦੁਆਰਾ ਆਪਣੇ ਹੱਕ ਖੋਹਣ ਦੀ ਗੱਲ ਕੀਤੀ ਗਈ ਹੈ? ਹੱਕਾਂ ਵਾਲਿਆਂ ਦੁਆਰਾ। 12ਵਾਂ ਕਵਿਤਾ ਵਿੱਚ ਲੋਕਾਂ ਦੇ ਯੁੱਗ ਵਿੱਚ ਕਿਹਨਾਂ ਨੇ ਪ੍ਰਵਾਨ ਚੜ੍ਹਨ ਦੀ ਗੱਲ ਕਹੀ ਹੈ? ਆਮ ਲੋਕਾਂ ਨੇ। ਹੱਕ ਜਿਨ੍ਹਾਂ ਦੇ ਆਪਣੇ ਆਪੇ ਲੈਣਗੇ ਖੋਹ। ਕਾਵਿ ਸਤਰ ਦਾ ਸੰਬੰਧ ਕਿਹੜੇ ਦੇਸੀ ਮਹੀਨੇ ਨਾਲ ਹੈ? ਪੋਹ ਨਾਲ। ਖੋਹ, ਪੋਹ, ਹੈ ਨਾ ਬੱਚਿਓ। ਸੋ ਇਸ ਕਰਕੇ ਆਪਾਂ ਨੂੰ ਮਿਹਨਤ ਕਰਨੀ ਚਾਹੀਦੀ ਹੈ ਬੱਚਿਓ। ਪੰਜਾਬੀ ਸਾਹਿਤ ਪੜ੍ਹਨਾ ਚਾਹੀਦਾ, ਬਹੁਤ ਅਮੀਰ ਹੈ, ਬਹੁਤ ਸੋਹਣਾ। ਅਤੇ ਮੈਨੂੰ ਯਕੀਨ ਹੈ ਵੀ ਤੁਹਾਨੂੰ ਸਮਝ ਆਇਆ ਹੋਏਗਾ। ਅਤੇ ਆਪਣੇ ਦੇਸੀ ਮਹੀਨੇ ਨੇ ਬੱਚੇ, ਉਹ ਵੀ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ। ਆਪਣੇ ਮਹੀਨੇ ਨੇ ਇਹ। ਅਗਰ ਕੋਈ ਬਾਹਰੋਂ ਕੋਈ ਆਪਾਂ ਨੂੰ ਪੁੱਛੇ ਵੀ ਕੀ ਨੇ ਇਹ, ਤਾਂ ਆਪਾਂ ਨੂੰ ਕੁਝ ਨਹੀਂ ਪਤਾ ਹੁੰਦਾ। ਇਸ ਕਰਕੇ ਆਪਾਂ ਨੂੰ ਯਾਦ ਕਰਨੇ ਚਾਹੀਦੇ ਨੇ। ਇਸ ਕਵਿਤਾ ਦੇ ਵਿੱਚ ਸਾਰੇ ਦੇਸੀ ਮਹੀਨਿਆਂ ਦਾ ਜ਼ਿਕਰ ਆਇਆ ਅਤੇ ਤੁਸੀਂ ਜ਼ਰੂਰ ਆਪਣੇ ਯਾਦ ਕਰਨੇ ਨੇ, ਅਤੇ ਜਿਹੜੀਆਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਤੱਕ ਵੀ ਇਸ ਨੂੰ ਪਹੁੰਚਾਉਣਾ ਹੈ। ਠੀਕ ਹੈ, ਜ਼ਰੂਰ ਇਹ ਕੰਮ ਕਰਨਾ। ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬੱਚਿਓ।